ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 9ਵੀਂ ਕਲਾਸ ਦਾ ਗਣਿਤ ਦਾ 11ਵਾਂ ਅਧਿਆਇ ਹੈ ਰਚਨਾਵਾਂ। ਇਸੇ ਅਧਿਆਇ ਤੇ ਆਧਾਰਿਤ ਅਸੀਂ ਪਹਿਲਾਂ ਕੁਝ ਲੈਸਨ ਜਿਹੜੇ ਕਰ ਚੁੱਕੇ ਹਾਂ, ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਤ੍ਰਿਭੁਜਾਂ ਨੂੰ ਕਿਵੇਂ ਅਸੀਂ ਬਣਾਉਣਾ ਹੈ, ਕਿਵੇਂ ਉਹਨਾਂ ਦੀ ਰਚਨਾ ਕਰਨੀ ਹੈ, ਇਸ ਦੇ ਬਾਰੇ ਅਸੀਂ ਸਿੱਖਿਆ ਹੈ। ਅੱਜ ਦੇ ਇਸ ਲੈਸਨ ਦੇ ਵਿੱਚ ਅਸੀਂ ਅਭਿਆਸ 11.2 ਦੇ ਕੁਝ ਸਵਾਲ ਜਿਹੜੇ ਉਹ ਹੱਲ ਕਰਾਂਗੇ। ਕੁਝ ਰਚਨਾਵਾਂ ਜੋ ਸਾਨੂੰ ਦਿੱਤੀਆਂ ਗਈਆਂ ਨੇ, ਦਿੱਤੀ ਹੋਈ ਜਾਣਕਾਰੀ ਤੋਂ ਅਸੀਂ ਉਹਨਾਂ ਦੀ ਰਚਨਾ ਕਰਾਂਗੇ। ਠੀਕ ਹੈ, ਤਾਂ ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਸਵਾਲ ਸਕਰੀਨ ਦੇ ਉੱਤੇ ਪਹਿਲਾ ਸਵਾਲ ਤੁਸੀਂ ਦੇਖ ਸਕਦੇ ਹੋ। ਇੱਕ ਤ੍ਰਿਭੁਜ ABC ਦੀ ਰਚਨਾ ਕਰੋ ਜਿਸ ਵਿੱਚ BC ਬਰਾਬਰ 6 ਸਮ, ਕੋਣ B ਬਰਾਬਰ 60 ਡਿਗਰੀ ਅਤੇ AB ਜਮਾ AC ਬਰਾਬਰ 9 ਸੈਂਟੀਮੀਟਰ ਹੈ। ਠੀਕ ਹੈ, ਇਹਦੇ ਵਿੱਚ ਸਾਨੂੰ ਆਧਾਰ ਦਿੱਤਾ ਹੋਇਆ ਹੈ, ਆਧਾਰ ਦਾ ਇੱਕ ਕੋਣ ਦਿੱਤਾ ਹੋਇਆ ਹੈ ਤੇ ਦੂਸਰੀਆਂ ਦੋਨੋਂ ਭੁਜਾਵਾਂ ਦਾ ਜੋੜ ਦਿੱਤਾ ਹੋਇਆ ਹੈ। ਠੀਕ ਹੈ, ਤਾਂ ਇਸ ਢੰਗ ਦਾ ਸਵਾਲ ਤੇ ਇਹ ਰਚਨਾ ਜਿਹੜੀ ਕਿਵੇਂ ਕਰਨੀ ਹੈ, ਅਸੀਂ ਪਿਛਲੇ ਲੈਸਨਸ ਦੇ ਵਿੱਚ ਪਿਛਲੀਆਂ ਰਚਨਾਵਾਂ ਦੇ ਵਿੱਚ ਸਿੱਖ ਚੁੱਕੇ ਹਾਂ। ਆਓ ਇਸ ਰਚਨਾ ਨੂੰ ਵੀ ਅਸੀਂ ਉਸੇ ਢੰਗ ਦੇ ਨਾਲ ਕਰਦੇ ਹਾਂ। ਉਹ ਸਭ ਤੋਂ ਪਹਿਲਾਂ ਅਸੀਂ ਰਚਨਾ ਦੇਖਾਂਗੇ ਕਿਵੇਂ ਇਸ ਤ੍ਰਿਭੁਜ ਦੀ ਰਚਨਾ ਕਰਨੀ ਹੈ, ਉਸ ਤੋਂ ਬਾਅਦ ਫਿਰ ਰਚਨਾ ਦੇ ਭਾਗ ਲਿਖਾਂਗੇ। ਠੀਕ ਹੈ ਵਿਦਿਆਰਥੀਓ, ਲੋੜੀਂਦੀ ਤ੍ਰਿਭੁਜ ਦੀ ਰਚਨਾ ਕਰਨ ਦੇ ਲਈ ਜਿਹਦੇ ਵਿੱਚ ਸਾਡੇ ਕੋਲ BC ਆਧਾਰ ਜਿਹੜਾ 6 ਸੈਂਟੀਮੀਟਰ ਦਿੱਤਾ ਹੋਇਆ ਹੈ ਤੇ ਕੋਣ ਸਾਡੇ ਕੋਲ 60 ਡਿਗਰੀ ਹੈ B ਕੋਣ, ਅਤੇ AB ਜਮਾ AC ਦੋ ਭੁਜਾਵਾਂ ਦਾ ਜੋੜ ਜਿਹੜਾ ਸਾਨੂੰ 9 ਸੈਂਟੀਮੀਟਰ ਦਿੱਤਾ ਗਿਆ। ਤਾਂ ਇਹਦੇ ਲਈ ਸਭ ਤੋਂ ਪਹਿਲਾਂ ਅਸੀਂ BC ਜਿਹੜਾ ਆਧਾਰ ਹੈ 6 ਸੈਂਟੀਮੀਟਰ ਉਹ ਖਿੱਚਾਂਗੇ। सेंटीमीटर ठीक है, तो BC ये साढ़े कोल 6 सेंटीमीटर लंबा रेखाखंड हो गया। हुण असीं B बिंदु के उत्ते 60 डिग्री का कोण बनाउंदी हुई एक किरण खिंचांगे। ਇਹ ਕਿਰਨ BX ਹੋ ਗਈ ਸਾਡੇ ਕੋਲ ਤੇ ਇਹ ਕੋਣ ਆਪਣੇ ਕੋਲ 60 ਡਿਗਰੀ ਦਾ ਬਣ ਜਾਂਦਾ ਹੈ। ਠੀਕ ਹੈ, ਤਾਂ ਹੁਣ ਦੋਨੋਂ ਭੁਜਾਵਾਂ ਦੀ ਜਿਹੜੀ ਲੰਬਾਈ ਦਾ ਜੋੜ ਹੈ AB ਤੇ AC ਦਾ ਜਿਹੜਾ ਜੋੜ ਹੈ ਉਹ ਸਾਨੂੰ 9 ਸੈਂਟੀਮੀਟਰ ਦਿੱਤਾ ਗਿਆ। ਤਾਂ ਉਹਦੇ ਲਈ ਅਸੀਂ ਪ੍ਰਕਾਰ ਦੀ ਸਹਾਇਤਾ ਦੇ ਨਾਲ 9 ਸੈਂਟੀਮੀਟਰ ਸੈਗਮੈਂਟ ਜਿਹੜਾ ਹੈ ਇੱਕ ਰੇਖਾਖੰਡ BX ਕਿਰਨ ਦੇ ਵਿੱਚੋਂ ਕੱਟਾਂਗੇ। ठीक है, तो ये बिंदु का नाम असी बिंदु D रख लेने। ठीक है, हुण असी D ते C नूं मिला देंगे। इस तो बाद साडा काम की होएगा कि जिन्ना कोण ये साडे कोल D बनता है BDC उन्ना ही कोण असी BC DC Y इत्थे बनावांगे। ठीक है, तो C तो असी एक किरण खिंचांगे जिहड़ी कि CD दे नाल उन्ना ही कोण बनाएगी जिन्ना कोण साडे कोल BDC है। तो कोण BDC दे बराबर कोण असी इहदे बराबर कोण जिहड़ा इत्थे बनावांगे। सो उहदे लई सब तो पहलां इत्थे एक चाप लगा लैने। ठीक है, तो इन्ने ही अर्धव्यासी चाप जिहड़ी असी बिंदु C नूं केंद्र मन के लगावांगे। तो C ਨੂੰ ਇਸ ਕਾਟ ਬਿੰਦੂ ਦੇ ਨਾਲ ਮਿਲਾਉਣ ਦੇ ਨਾਲ ਸਾਡੇ ਕੋਲ ਲੋੜੀਂਦਾ ਕੋਣ ਹੈ ਜਿਹੜਾ ਉਹ ਇੱਥੇ ਬਣ ਜਾਏਗਾ। ठीक है, तो ये CY किरण मान लो कि BD ਨੂੰ ਬਿੰਦੂ A ਤੇ ਕੱਟਦੀ ਹੈ। ठीक है, तो ये दोनों कोणों का माप है जोड़ा एक समान है, तो इन्हों के सामने वाली जिहड़ियां भुजावां ने उन्हों का माप भी एक समान होएगा।
ਤੇ ਏ ਬੀ ਸੀ ਇਹ ਸਾਡੇ ਕੋਲ ਲੋੜੀਂਦੀ ਤ੍ਰਿਭੁਜ ਹੈ ਜਿਹਦਾ ਕਿ ਆਧਾਰ 6 ਸੈਂਟੀਮੀਟਰ ਹੈ ਅਤੇ ਕੋਣ ਬੀ 60 ਡਿਗਰੀ ਹੈ ਤੇ ਏ ਬੀ ਤੇ ਏ ਸੀ ਜਿਹੜੀਆਂ ਭੁਜਾਵਾਂ ਨੇ ਇਹਨਾਂ ਦਾ ਜੋੜ 9 ਸੈਂਟੀਮੀਟਰ ਹੈ। ਠੀਕ ਹੈ, ਤਾਂ ਇਹ ਸਾਡੇ ਕੋਲ ਲੋੜੀਂਦੀ ਤ੍ਰਿਭੁਜ ਏ ਬੀ ਸੀ ਬਣ ਜਾਂਦੀ ਹੈ। ਹੁਣ ਅਸੀਂ ਇਸ ਦੇ ਰਚਨਾ ਦੇ ਪਗ ਜਿਹੜੇ ਇੱਕ ਇੱਕ ਕਰਕੇ ਲਿਖਾਂਗੇ। ਰਚਨਾ ਦੇ ਪਗ। ਹਾਂਜੀ ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਇੱਕ ਰੇਖਾਖੰਡ BC 6 ਸੈਂਟੀਮੀਟਰ ਖਿੱਚਾਂਗੇ। ਰੇਖਾਖੰਡ BC 6 ਸੈਂਟੀਮੀਟਰ ਲੰਬਾ ਖਿੱਚੋ। ਇਸ ਤੋਂ ਬਾਅਦ ਆਰੰਭਿਕ ਬਿੰਦੂ B ਦੇ ਉੱਤੇ 60 ਡਿਗਰੀ ਦਾ ਕੋਣ ਬਣਾਉਂਦੀ ਹੋਈ ਇੱਕ ਕਿਰਨ BX ਖਿੱਚੋ। ਆਰੰਭਕ ਬਿੰਦੂ B ਉੱਤੇ 60 ਡਿਗਰੀ ਦਾ ਕੋਣ ਬਣਾਉਂਦੀ ਇੱਕ ਕਿਰਨ BX ਖਿੱਚੋ। ਇਸ ਤੋਂ ਬਾਅਦ ਜਿੰਨਾ ਵੀ ਸਾਨੂੰ ਇਹ ਜੋੜ ਦੂਜੀਆਂ ਦੋਨੋਂ ਭੁਜਾਵਾਂ ਦਾ ਦਿੱਤਾ ਹੋਇਆ AB ਜਮਾ AC, ਇਹਦੀ ਸਾਨੂੰ ਲੰਬਾਈ 9 ਸੈਂਟੀਮੀਟਰ ਦਿੱਤੀ ਹੈ, ਤਾਂ 9 ਸੈਂਟੀਮੀਟਰ ਲੰਬਾ ਇੱਕ ਰੇਖਾਖੰਡ BD ਅਸੀਂ ਕਿਰਨ BX ਦੇ ਵਿੱਚੋਂ ਕੱਟਾਂਗੇ। ਠੀਕ ਹੈ, ਤਾਂ ਅਗਲਾ ਸਟੈਪ ਸਾਡੇ ਕੋਲ ਕੀ ਹੋਏਗਾ ਕਿ ਕਿਰਨ BX ਦੇ ਵਿੱਚੋਂ ਕਿਰਨ BX ਦੇ ਵਿੱਚੋਂ ਇੱਕ ਰੇਖਾਖੰਡ BD ਕੱਟੋ ਜਿਸ ਦੀ ਲੰਬਾਈ AB ਜਮਾ AC ਦੇ ਸਮਾਨ ਭਾਵ ਕਿ 9 ਸੈਂਟੀਮੀਟਰ ਹੋਵੇ। ਠੀਕ ਹੈ, ਤੋ BD ਕੱਟਣ ਤੋਂ ਬਾਅਦ ਫਿਰ ਇਸ ਤੋਂ ਬਾਅਦ ਅਸੀਂ ਕੀ ਕੀਤਾ ਸੀਗਾ, D ਅਤੇ C ਨੂੰ ਮਿਲਾਇਆ ਸੀਗਾ। ਸੋ ਅਗਲਾ ਸਟੈਪ ਜਿਹੜਾ ਹੋਏਗਾ D ਅਤੇ C ਨੂੰ ਮਿਲਾਓ ਜਾਂ DC ਨੂੰ ਮਿਲਾਓ ਅਤੇ ਹਾਂਜੀ, ਤੋ ਬੱਚਿਓ DC ਨੂੰ ਮਿਲਾਉਣ ਤੋਂ ਬਾਅਦ ਅਸੀਂ ਕੀ ਕੀਤਾ ਸੀ, ਕੋਣ BDC ਦੇ ਸਮਾਨ CD ਦੇ ਨਾਲ ਕੋਣ ਬਣਾਉਣ ਵਾਲੀ ਇੱਕ ਕਿਰਨ CY ਖਿੱਚੋ। ਠੀਕ ਹੈ, ਅਤੇ C ਤੇ ਬਿੰਦੂ C ਉੱਤੇ ਇੱਕ ਕਿਰਨ ਖਿੱਚੋ ਜੋ ਕਿ CD ਦੇ ਨਾਲ ਕੋਣ BDC ਦੇ ਸਮਾਨ ਇੱਕ ਕੋਣ ਬਣਾਵੇ। ਇੱਕ ਕੋਣ ਬਣਾਵੇ। ਮੰਨ ਲਓ ਇਹ ਕਿਰਨ ਪੰਜਵਾਂ ਪਗ, ਮੰਨ ਲਓ ਇਹ ਕਿਰਨ ਰੇਖਾਖੰਡ BD ਨੂੰ ਬਿੰਦੂ A ਉੱਤੇ ਕੱਟਦੀ ਹੈ।
ए उत्ते कटदी है। ठीक है, तो ਇਹ ਜਿਹੜੀ ਤ੍ਰਿਭੁਜ ਸਾਡੇ ਕੋਲ ABC ਬਣੇਗੀ, ਇਹ ਹੀ ਸਾਡੇ ਕੋਲ ਲੋੜੀਂਦੀ ਤ੍ਰਿਭੁਜ ਹੈ। ਇਹਦੇ ਵਿੱਚ AB ਤੇ AC ਦਾ ਜਿਹੜਾ ਜੋੜ ਹੈ ਸਾਡੇ ਕੋਲ ਉਹ 9 ਸੈਂਟੀਮੀਟਰ ਬਣੇਗਾ। ਆਧਾਰ ਸਾਡੇ ਕੋਲ 6 ਸੈਂਟੀਮੀਟਰ ਹੈ ਤੇ B ਆਧਾਰ ਬਿੰਦੂ B ਦੇ ਉੱਤੇ ਬਣਿਆ ਕੋਣ 60 ਡਿਗਰੀ ਹੈ। ਠੀਕ ਹੈ, ਸੋ ਇਸ ਤਰ੍ਹਾਂ ABC ਹੀ ਲੋੜੀਂਦੀ ਤ੍ਰਿਭੁਜ ਹੈ। ਤ੍ਰਿਭੁਜ ABC ਹੀ ਲੋੜੀਂਦੀ ਤ੍ਰਿਭੁਜ ਹੈ। ਸੋ ਵਿਦਿਆਰਥੀਓ, ਇਸ ਤ੍ਰਿਭੁਜ ABC ਦੀ ਰਚਨਾ ਦੇ ਵਿੱਚ BC ਆਧਾਰ ਅਤੇ ਕੋਣ B ਇਹ ਸਾਨੂੰ ਦਿੱਤੇ ਗਏ ਸਨ, ਉਸੇ ਦੇ ਅਨੁਸਾਰ ਅਸੀਂ ਬਣਾਏ ਨੇ। ਤੇ ਹੁਣ ਅਸੀਂ ਇਹ ਵੀ ਨਾਲ ਸਿੱਧ ਜ਼ਰੂਰ ਕਰਾਂਗੇ ਅਖੀਰ ਦੇ ਵਿੱਚ ਕਿ AB ਤੇ AC ਦਾ ਜੋੜ ਸਾਡੇ ਕੋਲ 9 ਸੈਂਟੀਮੀਟਰ ਬਰਾਬਰ ਬਣਦਾ ਹੈ, ਭਾਵ ਕਿ AB ਤੇ AC ਦਾ ਜਿਹੜਾ ਜੋੜ ਹੈ AB ਜਮਾ AC ਇਹ ਸਾਡੇ ਕੋਲ BD ਦੇ ਬਰਾਬਰ ਹੈ। ਠੀਕ ਹੈ, तो त्रिभुज ACD ਦੇ ਵਿੱਚ ਕੋਣ ACD ਤੇ ACD ਇਹ ਦੋਨੋਂ ਬਰਾਬਰ ਨੇ, ਕਿਉਂਕਿ ਰਚਨਾ ਦੇ ਅਨੁਸਾਰ ਅਸੀਂ ਇਹ ਦੋਨੋਂ ਮਾਪ ਕੇ ਕੋਣ ACD ਜਿਹੜਾ ਹੈ ਉਹ ਕੋਣ ADC ਦੇ ਬਰਾਬਰ ਹੀ ਬਣਾਇਆ ਹੈ। त्रिभुज ADC ਵਿੱਚ त्रिभुज ADC ਵਿੱਚ ਕੋਣ ADC बराबर कोण ACD है, इसलिए AC बराबर AD है। ਹੁਣ AB ਦੀ ਜੇਕਰ ਅਸੀਂ ਗੱਲ ਕਰੀਏ ਤਾਂ ਤ੍ਰਿਭੁਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ AB ਦੀ ਲੰਬਾਈ BD ਘਟਾਓ AD ਦੇ ਬਰਾਬਰ है। सो AB बराबर BD घटाओ AD। ठीक है, पर हुणे असीं देख के आए हैं कि AD की कीमत AC के बराबर है। ठीक है, इसलिए AB बराबर BD घटाओ AC बन जाएगा। ठीक है, AC AD की जगह ते असीं AC भर देंगे। ਹੁਣ ਇਸ AC ਨੂੰ ਅਸੀਂ ਖੱਬੇ ਪਾਸੇ ਲੈ ਜਾਂਦੇ ਹਾਂ ਤੇ ਸਾਡੇ ਕੋਲ AB ਜਮਾ AC ਹੋ ਜਾਏਗਾ। AB ਜਮਾ AC ਬਰਾਬਰ BD ਤੇ BD ਦੀ ਲੰਬਾਈ ਅਸੀਂ 9 ਸੈਂਟੀਮੀਟਰ ਹੀ ਰੱਖੀ ਸੀ। ਸੋ ਇਸ ਤਰ੍ਹਾਂ ਇਸ ਤ੍ਰਿਭੁਜ ਦੇ ਵਿੱਚ ਤਿੰਨੋਂ ਜਿਹੜੀਆਂ ਕੰਡੀਸ਼ਨਸ ਨੇ ਉਹ ਪੂਰੀਆਂ ਹੁੰਦੀਆਂ ਨੇ। ਠੀਕ ਹੈ, ਤਿੰਨੋਂ ਕੰਡੀਸ਼ਨਸ ਪੂਰੀਆਂ ਹੁੰਦੀਆਂ ਨੇ ਕਿ ਜਿਹੜਾ ਆਧਾਰ ਹੈ BC ਉਹ 6 ਸੈਂਟੀਮੀਟਰ ਹੈ, ਕੋਣ ਵੀ 60 ਡਿਗਰੀ ਹੈ, AB ਅਤੇ AC ਦਾ ਜਿਹੜਾ ਜੋੜ ਹੈ ਉਹ 9 ਸੈਂਟੀਮੀਟਰ ਦੇ ਬਰਾਬਰ ਬਣਦਾ ਹੈ। ਤਾਂ ਮੈਨੂੰ ਉਮੀਦ ਹੈ ਕਿ ਇਸ ਰਚਨਾ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ ਤੇ ਖੁਦ ਵੀ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਤੇ ਰਚਨਾ ਦੇ ਪਗ ਨੂੰ ਵੀ ਜਿੰਨੇ ਵੀ ਅਸੀਂ ਲਿਖੇ ਨੇ ਬਹੁਤ ਧਿਆਨ ਦੇ ਨਾਲ ਸਮਝਿਆ ਹੋਵੇਗਾ ਕਿ ਕਿਵੇਂ ਲਿਖਣੇ ਨੇ। ਤਾਂ ਇਸ ਤੋਂ ਬਾਅਦ ਅਗਲਾ ਸਵਾਲ ਦੇਖਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇੱਕ ਤ੍ਰਿਭੁਜ PQR ਦੀ ਰਚਨਾ ਕਰੋ ਜਿਸ ਵਿੱਚ QR बराबर 6 ਸੈਂਟੀਮੀਟਰ, ਕੋਣ Q बराबर 60 ਡਿਗਰੀ ਅਤੇ PR ਮਾਈਨਸ PQ बराबर 2 ਸੈਂਟੀਮੀਟਰ ਹੋਵੇ। ਠੀਕ ਹੈ, तो ਇਸ ਰਚਨਾ ਦੇ ਵਿੱਚ ਹੁਣ ਸਾਡੇ ਕੋਲ ਆਧਾਰ ਦਿੱਤਾ ਗਿਆ ਹੈ, ਆਧਾਰ ਦਾ ਇੱਕ ਕੋਣ ਦਿੱਤਾ ਗਿਆ ਤੇ ਦੂਸਰੀਆਂ ਦੋਨੋਂ ਭੁਜਾਵਾਂ ਦੀਆਂ ਲੰਬਾਈਆਂ ਦਾ ਅੰਤਰ ਦਿੱਤਾ ਗਿਆ ਹੈ 2 ਸੈਂਟੀਮੀਟਰ। ਠੀਕ ਹੈ, ਇਹ ਸਾਡੇ ਕੋਲ ਦੂਜੀ ਸਥਿਤੀ ਵਾਲੀ ਰਚਨਾ ਹੋਏਗੀ ਜਿਹਦੇ ਵਿੱਚ ਆਧਾਰ ਦੇ ਦਿੱਤੇ ਗਏ ਕੋਣ ਦੇ ਨਾਲ ਵਾਲੀ ਜਿਹੜੀ ਭੁਜਾ ਹੈ ਉਹ ਸਾਨੂੰ ਛੋਟੀ ਦਿੱਤੀ ਗਈ ਹੈ। ਠੀਕ ਹੈ, ਤੇ ਅੰਤਰ ਜਿਹੜਾ ਹੈ ਉਹ PR ਮਾਈਨਸ PQ ਬਰਾਬਰ 2 ਸੈਂਟੀਮੀਟਰ ਦਿੱਤਾ ਗਿਆ ਹੈ। ਠੀਕ ਹੈ, ਤਾਂ ਆਓ ਸਭ ਤੋਂ ਪਹਿਲਾਂ ਅਸੀਂ ਰਚਨਾ ਦੇਖਦੇ ਹਾਂ, ਰਚਨਾ ਕਿਵੇਂ ਕਰਨੀ ਹੈ ਇਸ ਤ੍ਰਿਭੁਜ ਦੀ, ਉਸ ਤੋਂ ਬਾਅਦ ਇੱਕ ਇੱਕ ਕਰਕੇ ਰਚਨਾ ਦੇ ਪਗ ਵੀ ਲਿਖਾਂਗੇ। ਵਿਦਿਆਰਥੀਓ, ਇਸ ਤ੍ਰਿਭੁਜ PQR ਦੀ ਰਚਨਾ ਕਰਨ ਦੇ ਲਈ ਜਿਹਦੇ ਵਿੱਚ ਸਾਨੂੰ QR ਜਿਹੜਾ ਆਧਾਰ ਹੈ 6 ਸੈਂਟੀਮੀਟਰ ਦਿੱਤਾ ਗਿਆ ਤੇ ਕੋਣ Q 60 ਡਿਗਰੀ ਦਿੱਤਾ ਗਿਆ ਹੈ ਤੇ PR ਘਟਾਓ PQ 2 ਸੈਂਟੀਮੀਟਰ ਦਿੱਤਾ ਗਿਆ ਹੈ। ਇਹਦੇ ਲਈ ਸਭ ਤੋਂ ਪਹਿਲਾਂ ਅਸੀਂ ਜਿਹੜਾ ਆਧਾਰ ਹੈ QR 6 ਸੈਂਟੀਮੀਟਰ ਉਹ ਖਿੱਚਾਂਗੇ।
ये साडे कोल लोड़ींदी त्रिभुज का आधार क्यू आर 6 सेंटीमीटर है। ठीक है, इस तो बाद कोण क्यू जड़ा है सानू 60 डिग्री दिता गया। तो इत्थे असी 60 डिग्री का कोण बनाउंदी हुई एक किरण जिहड़ी वो खिंचांगे। विद्यार्थियों, इस त्रिभुज ਦੇ ਵਿੱਚ ਜਿਹੜਾ ਸਾਨੂੰ ਅੰਤਰ ਦਿੱਤਾ ਗਿਆ ਹੈ ਭੁਜਾਵਾਂ ਦਾ, ਉਹਦੇ ਵਿੱਚ ਜਿਹੜੀ ਪੀ ਆਰ ਭੁਜਾ ਹੈ, ਭਾਵ ਕਿ ਉਹ ਵਾਲੀ ਭੁਜਾ ਜਿਹੜੀ ਕਿ ਕੋਣ ਦੇ ਨਾਲ ਵਾਲੀ ਭੁਜਾ ਨਹੀਂ ਹੈ, ਉਹ ਸਾਨੂੰ ਵੱਡੀ ਦਿੱਤੀ ਗਈ ਹੈ। ਠੀਕ ਹੈ, ਪੀ ਆਰ ਜਿਹੜੀ ਭੁਜਾ ਹੈ ਉਹ ਪੀ ਕਿਊ ਤੋਂ ਵੱਡੀ ਹੈ, ਭਾਵ ਕਿ ਕਿਊ ਜਿਹੜਾ ਕੋਣ ਦਿੱਤੇ ਹੋਏ ਕੋਣ ਦੇ ਨਾਲ ਵਾਲੀ ਭੁਜਾ ਹੈ ਉਹ ਛੋਟੀ ਭੁਜਾ ਹੈ। तो ਇਹ ਸਾਡੇ ਕੋਲ ਦੂਜੀ ਸਥਿਤੀ ਵਾਲੀ ਰਚਨਾ ਹੈ। तो ਇਹਦੇ ਵਿੱਚ ਅਸੀਂ ਇਸੇ ਹੀ ਕਿਰਨ ਨੂੰ ਉਲਟ ਦਿਸ਼ਾ ਦੇ ਵਿੱਚ ਵੀ ਵਧਾ ਲਵਾਂਗੇ। ठीक है, तो उल्ट दिशा दे विच जिन्ना सानू अंतर जिहड़ा दिता गया है पी आर माइनस पी क्यू, तो उल्ट दिशा दे विच असी 2 सेंटीमीटर पी आर माइनस पी क्यू सानू दिता गया है। तो 2 सेंटीमीटर लंबा एक रेखाखंड जिहड़ा असी क्यू एक्स किरण दे उल्ट पासे जिहड़ा कट लवांगे। ठीक है, इस बिंदु का नाम असी डी रख लेने। ठीक है, डी नू आर दे नाल मिला देंगे। ठीक है विद्यार्थियों, तो हुण डी आर जिहड़ा रेखाखंड है इहदा लंब समदुभाजक असी खिंचांगे। लंब समदुभाजक खिंचण दे लई जिवें तुहानूं पता है कि डी आर रेखाखंड के अध तो थोड़ी जी ज़्यादा प्रकार खोल के असी दोनों पासे चापां लगावांगे। बिंदु आर नूं केंद्र मन के अते फिर बिंदु डी नूं केंद्र मन के ये दोनों चापां जिन्हां बिंदुआं ते कटदियां ने आपस दे विच उन्हां नूं असी ज्वाइन करांगे तो साडे कोल डी आर दा लंब समदुभाजक खिंचिया जाएगा। ये लंब समदुभाजक क्यू एक्स किरण नूं जिस बिंदु ते कटदा है उस बिंदु का नाम असी पी रख देंगे। ठीक है, तो हुण पी आर नूं मिला देंगे। सो विद्यार्थियों, इस ढंग दे नाल जिहड़ी पी क्यू आर त्रिभुज है ये ही साडे कोल लोड़ींदी त्रिभुज होवेगी, जिहदे विच क्यू आर जिहड़ी भुजा है आधार है वो उसकी लंबाई 6 सेंटीमीटर है। कोण क्यू जिहड़ा साडे कोल वो 60 डिग्री का है। तो पी आर माइनस पी क्यू ये साडे कोल 2 सेंटीमीटर होएगा। ठीक है, क्योंकि पी डी ते पी आर की जिहड़ी लंबाई वो बिल्कुल बराबर है, क्योंकि पी जिहड़ा बिंदु है एक डी आर दे लंब समदुभाजक के उत्ते है। तो लंब समदुभाजक के उत्ते जिन्ने भी बिंदु होणगे वो सारे बिंदु डी और आर तो बराबर दूरी ते होणगे। ठीक है, तो पी डी बराबर पी आर होएगा, पर क्योंकि ये 2 सेंटीमीटर साडे कोल पी क्यू जिहड़ा साडे कोल 2 सेंटीमीटर है, सो इसलिए पी आर ते पी क्यू का जिहड़ा डिफरेंस है उसी कह सकते हैं कि 2 सम होएगा। ठीक है, तो हुण असीं इस रचना के पग जिहड़े एक एक करके लिखांगे। रचना दे पग। सब तो पहला साडे कोल जो स्टैप है इहदे विच कि क्यू आर आधार जिहड़ा है 6 सेंटीमीटर असीं वो खिंचांगे। एक रेखाखंड क्यू आर 6 सेंटीमीटर लंबा खिंचो। एक रेखाखंड
क्यू आर 6 समलंबा खिंचो तो दूसरा स्टैप ਇਹਦੇ ਵਿੱਚ ਆਪਾਂ ਕੀ ਕੀਤਾ ਸੀਗਾ ਜਾਂ ਕੀ ਕਰਾਂਗੇ ਬਿੰਦੂ Q ਦੇ ਉੱਤੇ ਅਸੀਂ ਕਿਰਨ QX ਖਿੱਚਾਂਗੇ ਜੋ ਕਿ QR ਦੇ ਨਾਲ 60 ਡਿਗਰੀ ਦਾ ਕੋਣ ਬਣਾਏਗੀ ਬਿੰਦੂ Q ਉੱਤੇ QR ਨਾਲ 60 ਡਿਗਰੀ ਦਾ ਕੋਣ ਬਣਾਉਂਦੀ 60 ਡਿਗਰੀ ਦਾ ਕੋਣ ਬਣਾਉਂਦੀ ਹੋਈ ਇੱਕ ਕਿਰਨ QX ਖਿੱਚੋ ਠੀਕ ਹੈ ਬੱਚੋ QR ਆਧਾਰ 6 ਸੈਂਟੀਮੀਟਰ ਤੋਂ ਬਾਅਦ ਅਸੀਂ Q ਬਿੰਦੂ ਤੇ QX ਇੱਕ ਰੇਖਾ ਕਿਰਨ ਖਿੱਚੀ ਹੈ ਜੋ ਕਿ QR ਦੇ ਨਾਲ 60 ਡਿਗਰੀ ਦਾ ਕੋਣ ਬਣਾਉਂਦੀ ਹੈ ਇਸ ਤੋਂ ਬਾਅਦ ਉਲਟ ਦਿਸ਼ਾ ਵਿੱਚ ਵਧੀ ਹੋਈ QX ਕਿਰਨ ਦੇ ਵਿੱਚੋਂ ਅਸੀਂ QD ਇੱਕ ਰੇਖਾਖੰਡ ਖਿੱਚਾਂਗੇ ਜਿੰਨਾ ਕਿ ਸਾਨੂੰ PR ਤੇ PQ ਦਾ ਜਿਹੜਾ ਅੰਤਰ ਹੈ ਦਿੱਤਾ ਹੋਇਆ ਭਾਵ ਕਿ 2 ਸੈਂਟੀਮੀਟਰ ਲੰਬਾ ਠੀਕ ਹੈ तो उल्ट दिशा विच वधी हुई उल्ट दिशा विच वधी हुई QX विचों एक रेखाखंड QD कटो जिस दी लंबाई PR माइनस PQ दे समान PR माइनस PQ दे बराबर भाव के 2 सेंटीमीटर होवे ठीक है इस तो बाद बच्चों असीं की कीता सी D ਅਤੇ R ਨੂੰ ਮਿਲਾਓ ਤੇ DR ਦਾ ਲੰਬ ਸਮਦੁਭਾਜਕ ਖਿੱਚੋ ਜੋ ਕਿ QX ਕਿਰਨ ਨੂੰ ਬਿੰਦੂ P ਉੱਤੇ ਕੱਟੇ ठीक है सो चौथा पद DR ਨੂੰ ਮਿਲਾਓ DR ਨੂੰ ਮਿਲਾਓ ਅਤੇ DR ਦਾ ਲੰਬ ਸਮਦੁਭਾਜਕ ਖਿੱਚੋ ਜੋ ਕਿ ਕਿਰਨ QX ਨੂੰ ਬਿੰਦੂ P ਉੱਤੇ ਕੱਟੇ ਤੋ ਇਹਦੇ ਵਿੱਚ ਹੁਣ ਇਹ ਸਾਡੇ ਕੋਲ ਤ੍ਰਿਭੁਜ PQR ਜਿਹੜੀ ਤਿਆਰ ਹੋ ਜਾਂਦੀ ਹੈ ਇਸ ਤ੍ਰਿਭੁਜ ਦੇ ਵਿੱਚ ਆਧਾਰ QR 6 ਸੈਂਟੀਮੀਟਰ ਜਿੰਨਾ ਕਿ ਸਾਨੂੰ ਦਿੱਤਾ ਸੀ ਉਹੀ ਹੋਏਗਾ ਤੇ Q ਤੇ ਕੋਣ ਜਿਹੜਾ ਸੀ 60 ਡਿਗਰੀ ਦਾ ਰਚਨਾ ਦੇ ਅਨੁਸਾਰ ਉਹ ਵੀ 60 ਡਿਗਰੀ ਦਾ ਬਣਾਇਆ ਤੇ ਜਿਹੜੀਆਂ ਦੂਸਰੀਆਂ ਦੋਨੋਂ ਭੁਜਾਵਾਂ ਨੇ PR ਤੇ PQ ਉਹਨਾਂ ਦਾ ਅੰਤਰ ਵੀ 2 ਸੈਂਟੀਮੀਟਰ ਹੋਵੇਗਾ ਠੀਕ ਹੈ ਤਾਂ ਅਸੀਂ ਕਹਿ ਸਕਦੇ ਹਾਂ PQR ਹੀ ਲੋੜੀਂਦੀ ਤ੍ਰਿਭੁਜ ਹੈ ਸੋ ਵਿਦਿਆਰਥੀਓ ਹੁਣ ਅਸੀਂ ਇਸ ਤ੍ਰਿਭੁਜ ਦੇ ਵਿੱਚ ਇਹ ਸਿੱਧ ਕਰਾਂਗੇ ਕਿ PR ਘਟਾਓ PQ 2 ਸੈਂਟੀਮੀਟਰ ਦੇ ਬਰਾਬਰ ਹੈ ਠੀਕ ਹੈ ਤ੍ਰਿਭੁਜ PDR ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਬਿੰਦੂ P ਇਹ DR ਰੇਖਾਖੰਡ ਦੇ ਲੰਬ ਸਮਦੁਭਾਜਕ ਦੇ ਉੱਤੇ ਸਥਿਤ ਹੈ
ਕਿਸੇ ਵੀ ਰੇਖਾਖੰਡ ਦੇ ਲੰਬ ਸਮਦ ਭਾਜਕ ਦੇ ਉੱਤੇ ਜਿਹੜਾ ਵੀ ਬਿੰਦੂ ਕੋਈ ਵੀ ਬਿੰਦੂ ਅਸੀਂ ਲੈ ਲਈਏ ਉਸ ਦੀ ਦੂਰੀ D ਅਤੇ R ਦੋਨਾਂ ਤੋਂ ਹਮੇਸ਼ਾ ਸਮਾਨ ਰਹਿੰਦੀ ਹੈ। ਸੋ ਕਹਿਣ ਦਾ ਭਾਵ ਹੈ ਕਿ P ਦੀ ਦੂਰੀ D ਅਤੇ R ਬਿੰਦੂਆਂ ਤੋਂ ਬਿਲਕੁਲ ਇੱਕ ਬਰਾਬਰ ਹੋਏਗੀ ਤੇ PD ਬਰਾਬਰ PR ਹੋਏਗਾ। ਠੀਕ ਹੈ, ਸੋ ਤ੍ਰਿਭੁਜ PDR ਵਿੱਚ ਤ੍ਰਿਭੁਜ PDR ਵਿੱਚ PD ਬਰਾਬਰ PR ਹੈ। ਹੁਣ PQ ਬਰਾਬਰ PD ਮਾਈਨਸ QD ਹੈ। ਠੀਕ ਹੈ, ਇਹਦੇ ਵਿੱਚ ਜਿਹੜਾ ਸਾਡੇ ਕੋਲ ਰੇਖਾਖੰਡ PQ ਹੈ ਇਹ PD ਮਾਈਨਸ QD ਦੇ ਬਰਾਬਰ ਹੈ। PQ ਸਾਡੇ ਕੋਲ ਤ੍ਰਿਭੁਜ PQR ਦੀ ਇੱਕ ਭੁਜਾ ਹੈ ਜਿਸ ਦੀ ਲੰਬਾਈ PD ਮਾਈਨਸ QD ਦੇ ਸਮਾਨ ਹੈ। ਠੀਕ ਹੈ, ਪਰ PD ਜਿਹੜਾ ਹੈ ਇਹ PR ਦੇ ਬਰਾਬਰ ਹੈ, ਪਰ PD ਬਰਾਬਰ PR ਹੈ। ਇਸ ਲਈ PQ ਨੂੰ ਅਸੀਂ ਲਿਖ ਸਕਦੇ ਹਾਂ ਕਿ PQ ਬਰਾਬਰ PR ਮਾਈਨਸ QD ਹੈ। ਠੀਕ ਹੈ, ਇਹਦੇ ਵਿੱਚ ਹੁਣ QD ਨੂੰ ਅਸੀਂ ਇੱਧਰ ਸ਼ਿਫਟ ਕਰ ਲੈਣੇ ਆ, ਖੱਬੇ ਪਾਸੇ ਸਾਡੇ ਕੋਲ ਜਮਾ ਦਾ ਹੋ ਜਾਏਗਾ ਤੇ PQ ਨੂੰ ਅਸੀਂ ਸੱਜੇ ਪਾਸੇ ਲੈ ਜਾਵਾਂਗੇ, ਇਹ ਸਾਡੇ ਕੋਲ PR ਮਾਈਨਸ PQ ਹੋ ਜਾਏਗਾ। ਠੀਕ ਹੈ, ਸੋ ਕਹਿਣ ਦਾ ਭਾਵ ਕਿ PR ਮਾਈਨਸ PQ QD ਦੇ ਬਰਾਬਰ ਹੈ ਤੇ QD ਦੀ ਲੰਬਾਈ ਰਚਨਾ ਦੇ ਅਨੁਸਾਰ 2 ਸੈਂਟੀਮੀਟਰ ਹੈ, 2 ਸਮ। ਠੀਕ ਹੈ, ਇਸ ਲਈ ਇਸ ਤ੍ਰਿਭੁਜ ਦੇ ਵਿੱਚ ਤੀਜੀ ਸ਼ਰਤ ਵੀ ਪੂਰੀ ਹੁੰਦੀ ਹੈ ਕਿ ਤ੍ਰਿਭੁਜ ਦੀਆਂ ਦੂਸਰੀਆਂ ਦੋਨੋਂ ਭੁਜਾਵਾਂ ਦੇ ਵਿਚਲਾ ਜਿਹੜਾ ਅੰਤਰ ਹੈ ਭਾਵ ਕਿ PR ਘਟਾਓ PQ ਇਹ 2 ਸੈਂਟੀਮੀਟਰ ਹੈ। ਠੀਕ ਹੈ, ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕੋਲ PQR ਦਿੱਤੀਆਂ ਹੋਈਆਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਖਰੀ ਉਤਰਦੀ ਹੈ ਤੇ ਇਹ ਹੀ ਸਾਡੇ ਕੋਲ ਲੋੜੀਂਦੀ ਤ੍ਰਿਭੁਜ ਹੈ। ਠੀਕ ਹੈ ਵਿਦਿਆਰਥੀਓ, तो ਅੱਜ ਦੇ ਇਸ ਲੈਸਨ ਦੇ ਵਿੱਚ ਅਸੀਂ ਦੋ ਤ੍ਰਿਭੁਜਾਂ ਦੀ ਰਚਨਾ ਕੀਤੀ ਹੈ। ਪਹਿਲੀ ਤ੍ਰਿਭੁਜ ਜਿਹਦੇ ਵਿੱਚ ਸਾਨੂੰ ਆਧਾਰ ਦੇ ਉੱਤੇ ਇੱਕ ਕੋਣ ਅਤੇ ਦੂਸਰੀਆਂ ਦੋਨੋਂ ਭੁਜਾਵਾਂ ਦਾ ਜੋੜ ਦਿੱਤਾ ਗਿਆ ਸੀ। ਉਸ ਤੋਂ ਬਾਅਦ ਦੂਸਰੀ ਰਚਨਾ ਜੋ ਅਸੀਂ ਕੀਤੀ ਹੈ ਇੱਕ ਤ੍ਰਿਭੁਜ PQR ਦੀ, ਜਿਹਦੇ ਵਿੱਚ ਸਾਨੂੰ ਆਧਾਰ ਦੇ ਉੱਤੇ ਇੱਕ ਕੋਣ ਅਤੇ ਦੂਜੀਆਂ ਦੋਨੋਂ ਭੁਜਾਵਾਂ ਦੇ ਵਿਚਲਾ ਅੰਤਰ ਦਿੱਤਾ ਗਿਆ ਸੀ। ਠੀਕ ਹੈ, ਤਾਂ ਮੈਨੂੰ ਉਮੀਦ ਹੈ ਕਿ ਦੋਨੋਂ ਹੀ ਰਚਨਾਵਾਂ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ, ਖੁਦ ਵੀ ਕੀਤਾ ਹੋਵੇਗਾ ਤੇ ਰਚਨਾ ਦੇ ਪੱਖ ਹਰ ਇੱਕ ਚੀਜ਼ ਨੂੰ ਬਹੁਤ ਧਿਆਨ ਦੇ ਨਾਲ ਨੋਟ ਵੀ ਕੀਤਾ ਹੋਵੇਗਾ। ਸੋ ਵਿਦਿਆਰਥੀਓ, ਅੱਜ ਦੇ ਲਈ ਇੰਨਾ ਹੀ। ਫਿਰ ਇਸ ਤੋਂ ਬਾਅਦ ਅਗਲੇ ਲੈਸਨ ਦੇ ਵਿੱਚ ਹੋਰ ਰਚਨਾਵਾਂ ਲੈ ਕੇ ਫਿਰ ਤੁਹਾਡੇ ਅੱਗੇ ਪੇਸ਼ ਹੋਵਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।